ਉਹ ਕਿਸਾਨ ਜਿਨ੍ਹਾਂ ਕੋਲੇ ਅੱਜ ਜ਼ਮੀਨ ਨਹੀਂ ਆ ਉਹ ਵੀ ਇਸ ਸੰਘਰਸ਼ 'ਚ ਸ਼ਮੂਲੀਅਤ ਦੇ ਰਹੇ ਆ, ਇਸ ਸੰਘਰਸ਼ 'ਚ ਸਾਡੇ ਨਾਲ ਬੈਠੇ ਆ। ਇਹਦੇ ਤੋਂ ਆਪਾਂ ਵਜ੍ਹਾ ਸਮਝੀਏ ਕਿਉਂ। ਜਦੋਂ 2 ਕਿੱਲੇ ਵੀ ਹੁੰਦੇ ਆ ਨਾ ਜਿਹਦੇ ਕੋਲੇ, ਉਹ ਕਹਿੰਦਾ ਯਾਰ ਮੈਂ ਜੋ ਬੀਜਣਾ ਬੀਜੂਗਾ, ਮੈਂ ਬੀਜੂਗਾ ਕਿ ਨਹੀਂ ਬੀਜੂਗਾ ਮੈਂ ਫੈਸਲਾ ਕਰੂੰਗਾ, ਤੁਸੀਂ ਥੋੜੀ ਕਰੋਗੇ। ਅਗਲੇ ਦੀ ਖੁਦ ਮੁਖਤਿਆਰੀ ਆ ਨਾ। ਜਦੋਂ ਤੁਸੀਂ ਕੰਪਨੀਆਂ ਨੂੰ, ਕਾਰਪੋਰੇਟ ਸੈਕਟਰ ਨੂੰ ਇਹੋ ਜਿਹੇ ਕਾਨੂੰਨਾਂ ਦੇ ਅਧੀਨ ਸਾਡੇ ਤੇ ਗਲਬਾ ਪਵਾ ਦੋਗੇ, ਸਾਡੇ ਤੋਂ ਸਾਡਾ ਸਭ ਕੁਝ ਖੋ ਕੇ ਲੈ ਜਾਓਗੇ। ਸੋ ਪੰਜਾਬ ਦੇ ਜਿਹੜੇ ਇੰਟਰਸਟ ਆ ਜਾਂ ਪੰਜਾਬ ਦੇ ਮਸਲਿਆਂ ਦੇ ਜਿਹੜੇ ਹੱਲ ਆ ਉਹ ਕਦੇ ਵੀ ਸੈਂਟਰ ਨਾਲ ਮੇਲ ਨਹੀਂ ਖਾਂਦੇ। ਕੌਨਫਲਿਕਟ ਰਹੂਗਾ ਹੀ ਰਹੂਗਾ ਹਮੇਸ਼ਾ। ਜੇ ਕੌਨਫਲਿਕਟ ਰਹੂਗਾ ਤਾਂ ਇਹ ਗੱਲ ਵੀ ਸਮਝਣ ਦੀ ਜ਼ਰੂਰਤ ਆ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹ ਇੱਕ ਰਾਜਨੀਤਿਕ, ਸਿਆਸੀ ਜਾਂ ਪੋਲੀਟੀਕਲ ਲੜਾਈ ਆ। ਇਹ ਕੱਲੀ ਕਿਸਾਨੀ ਦਾ ਸੰਘਰਸ਼ ਨਹੀਂ ਅਸੀਂ ਲੜ ਰਹੇ। ਮਾਹੌਲ ਜਿਹੜਾ ਬਣ ਗਿਆ ਉਹਦੇ 'ਚ ਸੰਗਤ ਤਾਂ ਦੇਖ ਨਹੀਂ ਰਹੀ, ਮੈਨੂੰ ਲੱਗਦਾ ਮੈਂ ਹੀ ਦੇਖ ਰਿਹਾ ਹੋਊਂਗਾ ਇੱਥੇ, ਕਿਉਂਕਿ ਲਾਈਟਾਂ ਬੜੀਆਂ ਪੈ ਰਹੀਆਂ ਉੱਤੇ। ਆਓ ਸੰਗਤ ਜੀਓ, ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈ ਹੈ ਤਾਂ ਤੁਹਾਡਾ ਸਾਰਿਆਂ ਦਾ ਪਤਾ ਲੱਗ ਜੇ ਵੀ ਇਸ ਪੰਡਾਲ 'ਚ ਬੈਠੇ ਹੋ, ਸ਼ਮੂਲੀਅਤ ਹੈਗੀ ਆ ਤੁਹਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 2 ਗੱਲਾਂ ਹੀ ਕਰਨੀਆਂ। ਪਹਿਲਾਂ ਤਾਂ ਉਹ ਦੁਕੇ ਸਾਹਿਬ, ਗੁਰਪ੍ਰੀਤ ਬਾਈ, ਮਲਕੀਤ ਬਾਈ ਸਾਰੇ ਆਏ ਆ, ਤੇ ਸਾਡੇ ਹੋਰ ਵੀ ਜਿਹੜੇ ਸੱਜਣ, ਪਰਮਪਾਲ ਬਾਈ, ਸੁਖਦੇਵ ਬਾਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਜਦੋਂ ਤੁਸੀਂ ਆਉਣੇ ਹੋ, ਹੱਲਾਸ਼ੇਰੀ ਦਿੰਦੇ ਹੋ ਤੇ ਇਹ ਵੀ ਨਾਲ ਅਹਿਸਾਸ ਕਰਾਉਣੇ ਹੋ ਵੀ ਅਸੀਂ ਨਾਲ ਆ। ਜਦੋਂ ਜਿੱਥੇ ਕਿਤੇ ਤੁਹਾਡਾ ਸੁਨੇਹਾ ਆਊਗਾ ਅਸੀਂ ਨਾਲ ਖੜੇ ਹਾਂ। ਔਰ ਇਹ ਗੱਲ ਨਹੀਂ ਹੁੰਦੀ ਵੀ ਇੱਕ ਮੋਰਚੇ 'ਚ ਸਾਰੇ ਜਾਣੇ ਹੀ ਬੈਠੇ ਹੋਣ ਤੇ ਤਾਂ ਹੀ ਇਕੱਠੇ ਹੋ ਸਕਦੇ ਆ। ਇਤਿਹਾਸ 'ਚ ਹਮੇਸ਼ਾ ਜਦੋਂ ਸੰਘਰਸ਼ ਲੜੇ ਜਾਂਦੇ ਆ, ਲੜਾਈਆਂ ਲੜੀਆਂ ਜਾਂਦੀਆਂ, ਮੋਰਚੇ ਲਾਏ ਜਾਂਦੇ ਆ ਤਾਂ ਵੱਖ-ਵੱਖ ਥਾਵਾਂ ਤੋਂ ਮੋਰਚੇ ਲਾ ਕੇ ਲੜੇ ਗਏ ਆ ਤੇ ਲੜੇ ਜਾਂਦੇ ਰਹਿਣਗੇ। ਆਪਾਂ ਵੀ ਉਹੀ ਕੀਤਾ। ਪਰ ਗੁਰਪ੍ਰੀਤ ਬਾਈ, ਇਸ ਮੋਰਚੇ ਦਾ ਇੱਕ ਮਕਸਦ ਤੁਹਾਡੇ ਨਾਲ ਸੌਖੇ ਜਿਹੇ ਸ਼ਬਦਾਂ 'ਚ ਆਪਾਂ ਸ਼ੇਅਰ ਕਰਨਾ ਸੀ। ਜਦੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ, ਆਪਾਂ ਉਸ ਕਿਸਾਨੀ ਦੇ ਸੰਘਰਸ਼ 'ਚੋਂ ਵੱਖ ਨਹੀਂ ਆ, ਉਸ ਸੰਘਰਸ਼ ਦੇ ਨਾਲ ਹੀ ਆ, ਕਿਸਾਨ ਜਥੇਬੰਦੀਆਂ ਦੇ ਨਾਲ ਵੀ ਆ। ਪਰ ਜਦੋਂ ਇਸ ਲੜਾਈ ਨੂੰ ਸਿਰਫ ਰਿਆਇਤਾਂ ਤੇ ਸੋਧਾਂ ਤੇ ਤੱਕ ਸੀਮਤ ਕਰ ਦਿੱਤਾ ਜਾਊਗਾ, ਫਿਰ ਪੰਜਾਬ ਦੀ ਗੱਲ ਕੌਣ ਕਰੂਗਾ ਜਾਂ ਪੰਜਾਬ ਦੀ ਹੋਂਦ ਦੀ ਗੱਲ ਕੌਣ ਕਰੂਗਾ। ਇੱਕ ਮੋਰਚਾ ਜਾਂ ਇੱਕ ਪਲੇਟਫਾਰਮ ਇਹੋ ਜਿਹਾ ਸਿਰਜਿਆ ਜਾਵੇ ਜਿੱਥੇ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਵੇ, ਉਹ ਪਲੇਟਫਾਰਮ ਵੀ ਪੰਜਾਬ ਇਕੱਲੀ ਕਿਸਾਨੀ ਦੀ ਜਾਂ ਇਕੱਲੇ ਮਜ਼ਦੂਰਾਂ ਦੀ ਲੜਾਈ ਨਹੀਂ ਲੜ ਰਿਹਾ, ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਸਾਡੀ ਧਰਤੀ ਨਾਲ ਸਾਡਾ ਸੱਭਿਆਚਾਰ, ਸਾਡੀ ਮਾਂ ਬੋਲੀ, ਸਾਡਾ ਇਤਿਹਾਸ, ਸਾਡਾ ਫਲਸਫਾ, ਸਾਡਾ ਸਭ ਕੁਝ ਹੀ ਜੁੜਿਆ ਹੁੰਦਾ, ਸਾਡੀ ਸਿਆਸਤ ਜੁੜੀ ਹੁੰਦੀ ਆ। ਜਦੋਂ ਸਾਡੇ ਤੋਂ ਸਾਡੀ ਧਰਤੀ ਜਾਂ ਸਾਡੇ ਤੋਂ ਸਾਡੀ ਜ਼ਮੀਨ ਖੋਹੀ ਜਾਂਦੀ ਆ, ਅਸੀਂ ਉਹਦੇ ਨਾਲ ਖੁਰਦੇ ਆ, ਇਹ ਸਭ ਕੁਝ ਖੁਰ ਜਾਂਦਾ। ਇਹਦੀ ਇੱਕ ਛੋਟੀ ਜੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ। ਮੋਹਾਲੀ 'ਚ ਚੰਡੀਗੜ੍ਹ ਜਦੋਂ ਇੰਟਰਨੈਸ਼ਨਲ ਏਅਰਪੋਰਟ ਬਣਿਆ ਤਾਂ ਜ਼ਮੀਨ ਐਕਵਾਇਰ ਕੀਤੀ ਗਈ। ਜ਼ਮੀਨ ਐਕਵਾਇਰ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਵੀ ਮਿਲੀ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਕਿਸਾਨਾਂ ਨੂੰ। ਕਈ ਕਿਸਾਨਾਂ ਦੀ ਸਾਰੀ ਜ਼ਮੀਨ ਹੀ ਉਹਦੇ 'ਚ ਗਈ। ਉਹ ਕਿਸਾਨ ਜਿਨ੍ਹਾਂ ਕੋਲੇ ਅੱਜ ਜ਼ਮੀਨ ਨਹੀਂ ਆ ਉਹ ਵੀ ਇਸ ਸੰਘਰਸ਼ 'ਚ ਸ਼ਮੂਲੀਅਤ ਦੇ ਰਹੇ ਆ, ਇਸ ਸੰਘਰਸ਼ 'ਚ ਸਾਡੇ ਨਾਲ ਬੈਠੇ ਆ। ਇਹਦੇ ਤੋਂ ਆਪਾਂ ਵਜ੍ਹਾ ਸਮਝੀਏ ਕਿਉਂ। ਕਿਉਂਕਿ ਉਹਨਾਂ ਤੋਂ ਉਹਨਾਂ ਦੀ ਸਿਆਸਤ ਖੋਲੀ, ਜ਼ਮੀਨ ਦੇ ਨਾਲ ਪਿੰਡ 'ਚ ਰਹਿਣ ਜੋਗਾ ਨਹੀਂ ਰਿਹਾ, ਅਗਲੇ ਦੀ ਖੁਦ ਮੁਖਤਿਆਰੀ ਹੱਥੋਂ ਚਲੀ ਗਈ। ਜਦੋਂ 2 ਕਿੱਲੇ ਵੀ ਹੁੰਦੇ ਆ ਨਾ ਜਿਹਦੇ ਕੋਲੇ, ਉਹ ਕਹਿੰਦਾ ਯਾਰ ਮੈਂ ਜੋ ਬੀਜਣਾ ਬੀਜੂਗਾ, ਮੈਂ ਬੀਜੂਗਾ ਕਿ ਨਹੀਂ ਬੀਜੂਗਾ ਮੈਂ ਫੈਸਲਾ ਕਰੂੰਗਾ, ਤੁਸੀਂ ਥੋੜੀ ਕਰੋਗੇ। ਅਗਲੇ ਦੀ ਖੁਦ ਮੁਖਤਿਆਰੀ ਆ ਨਾ। ਜਦੋਂ ਤੁਸੀਂ ਕੰਪਨੀਆਂ ਨੂੰ, ਕਾਰਪੋਰੇਟ ਸੈਕਟਰ ਨੂੰ ਇਹੋ ਜਿਹੇ ਕਾਨੂੰਨਾਂ ਦੇ ਅਧੀਨ ਸਾਡੇ ਤੇ ਗਲਬਾ ਪਵਾ ਦੋਗੇ, ਸਾਡੇ ਤੋਂ ਸਾਡਾ ਸਭ ਕੁਝ ਖੋ ਕੇ ਲੈ ਜਾਓਗੇ। ਸੋ ਪੰਜਾਬ ਦੇ ਜਿਹੜੇ ਇੰਟਰਸਟ ਆ ਜਾਂ ਪੰਜਾਬ ਦੇ ਮਸਲਿਆਂ ਦੇ ਜਿਹੜੇ ਹੱਲ ਆ ਉਹ ਕਦੇ ਵੀ ਸੈਂਟਰ ਨਾਲ ਮੇਲ ਨਹੀਂ ਖਾਂਦੇ। ਕੌਨਫਲਿਕਟ ਰਹੂਗਾ ਹੀ ਰਹੂਗਾ ਹਮੇਸ਼ਾ। ਜੇ ਕੌਨਫਲਿਕਟ ਰਹੂਗਾ ਤਾਂ ਇਹ ਗੱਲ ਵੀ ਸਮਝਣ ਦੀ ਜ਼ਰੂਰਤ ਆ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹ ਇੱਕ ਰਾਜਨੀਤਿਕ, ਸਿਆਸੀ ਜਾਂ ਪੋਲੀਟੀਕਲ ਲੜਾਈ ਆ। ਇਹ ਕੱਲੀ ਕਿਸਾਨੀ ਦਾ ਸੰਘਰਸ਼ ਨਹੀਂ ਅਸੀਂ ਲੜ ਰਹੇ, ਉਦੋਂ ਗੱਲ ਵੱਡੀ ਆ ਇਹ। ਸੋ ਇਸੇ ਕਰਕੇ ਉਸ ਸੰਘਰਸ਼ ਦੇ ਵਿੱਚ ਇੱਕ ਹੋਰ ਮੋਰਚਾ ਵਿੱਢਿਆ ਗਿਆ। ਤੁਸੀਂ ਆਪਾਂ ਕਲਾਕਾਰ ਲੋਕ ਆ,
ਕਲਾਕਾਰਾਂ ਦੀ ਮਾੜੀ ਮੋਟੀ ਸਮਝ ਹੁੰਦੀ ਆ। ਤੁਹਾਨੂੰ ਲੱਗਦਾ ਤੁਹਾਡਾ ਭਰਾ ਇੱਥੇ MLA ਜਾਂ MP ਬਣਨਾ ਆ, ਜਾਂ ਇਸ ਪਲੇਟਫਾਰਮ ਤੋਂ ਆਪਦੀ ਕੋਈ ਇਹ MP ਜਾਂ MLA ਦੀ ਇੱਕ ਰਾਜਨੀਤੀ ਫਰੰਟ ਤਿਆਰ ਕਰ ਰਿਹਾ, ਜਾਂ ਐਡੀ ਛੋਟੀ ਸੋਚ ਮੇਰੀ ਹੋ ਸਕਦੀ ਸੀ। ਸੋ ਇੰਨੀਆਂ ਕਿ ਮੈਂ ਵਿਸ਼ਵਾਸ ਫੇਰ ਦਿਵਾਉਣਾ ਵੀ ਮੈਂ MP ਜਾਂ MLA ਬਣ ਨਹੀਂ ਆਇਆ, ਪਰ ਪੰਜਾਬ ਲਈ ਮੈਂ ਉਹ ਹਰ ਚੀਜ਼ ਕਰੂੰਗਾ, ਚਾਹੇ ਸਮਾਜਿਕ ਕੋਈ ਗੱਲ ਕਰਨੀ ਹੋਵੇ, ਸਮਾਜਿਕ ਇਨਕਲਾਬ ਲਿਆਉਣਾ ਪਵੇ, ਰਾਜਸੀ ਇਨਕਲਾਬ ਲਿਆਉਣਾ ਪਵੇ, ਜਾਂ ਸਾਨੂੰ ਦਿੱਲੀ ਨਾਲ ਲੜਨਾ ਪਵੇ, ਮੈਂ ਹਰ ਜਗ੍ਹਾ ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਨਾਲ ਖੜਾ ਜਿਹੜੇ ਸੁਹਿਰਦ ਲੋਕ ਪੰਜਾਬ ਦਾ ਦਰਦ ਪਾਲੀ ਬੈਠੇ ਆ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ। ਸੋ ਅਗਲੀ ਗੱਲ ਅਸੀਂ ਜੇ ਸਮਝੀਏ, ਅਸੀਂ ਆਹ ਦੇਖ ਲਓ ਬੰਦਾ ਬਹਾਦਰ, ਬਾਬਾ ਬੰਦਾ ਬਹਾਦਰ ਜੀ ਦਾ ਆਪਾਂ ਲਿਖਿਆ ਵੀ ਪਹਿਲੇ ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਸਾਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਹੁਣ ਇਹਨਾਂ ਨੇ ਕਾਰਪੋਰੇਟ ਕਲਚਰ ਨੂੰ ਹੀ ਖਤਮ ਕੀਤਾ ਸੀ ਨਾ, ਉਸ ਜ਼ਮਾਨੇ 'ਚ ਕਾਰਪੋਰੇਟ ਕਲਚਰ ਹੀ ਸੀ, ਉਹਨੂੰ ਖਤਮ ਕਰਕੇ ਜ਼ਮੀਨਾਂ ਦੇ ਮਾਲਕ ਬਣਾਤਾ ਲੋਕਾਂ ਨੂੰ। ਅੱਜ ਵਰਤਾਰਾ ਕੀ ਚੱਲ ਰਿਹਾ? ਉਲਟਾ। ਇਸ ਵਰਤਾਰੇ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅੱਛਾ, ਇਹ ਫਿਰ ਆਪਦੇ ਆਪ ਨੂੰ ਮਾਡਰਨ ਕਹਿੰਦੇ ਆ। ਅਸੀਂ ਮਾਡਰਨਿਟੀ ਦੀ ਗੱਲ ਵੀ ਸਮਝ ਲਈਏ। ਅੱਜ ਯੂਰਪੀਅਨ ਸਿਵਲਾਈਜੇਸ਼ਨ ਆ ਨਾ ਜਿਹੜੀ, ਉਹ ਸਭ ਤੋਂ ਮਾਡਰਨ ਸਿਵਲਾਈਜੇਸ਼ਨ ਮੰਨੀ ਜਾਂਦੀ ਹੈ, ਜਾਂ ਇਸ ਮਾਡਰਨ ਸਿਵਲਾਈਜੇਸ਼ਨ ਦੀ ਫਾਊਂਡੇਸ਼ਨ ਮੰਨੀ ਜਾਂਦੀ ਹੈ। ਜਾਂ ਵੈਸਟ ਤੋਂ ਸਾਰਾ ਸੰਸਾਰ ਬਹੁਤ ਪ੍ਰਭਾਵਿਤ ਆ ਵੈਸਟਰਨ ਸਿਵਲਾਈਜੇਸ਼ਨ ਤੋਂ। ਜਦੋਂ ਉਸ ਸਿਵਲਾਈਜੇਸ਼ਨ ਨੇ ਹੌਲੀ ਹੌਲੀ ਇਵੋਲਵ ਹੋ ਕੇ ਇਹ ਗੱਲ ਸਮਝੀ ਵੀ ਸਾਨੂੰ ਛੋਟੇ ਛੋਟੇ ਖਿੱਤਿਆਂ 'ਚ ਖੁਦਮੁਖਤਿਆਰੀ ਦੇਣੀ ਪਊਗੀ, ਸਾਨੂੰ ਪਾਵਰ ਨੂੰ ਡੀਸੈਂਟਰਲਾਈਜ਼ ਕਰਨਾ ਪਊਗਾ, ਸੈਂਟਰਲਾਈਜ਼ ਪਾਵਰ ਨਾਲ ਵਿਕਸਿਤ ਨਹੀਂ ਹੋਣਾ ਕਿਸੇ ਨੇ, ਜਾਂ ਵਿਕਾਸ ਨਹੀਂ ਹੋਣਾ ਕਿਸੇ ਖਿੱਤੇ 'ਚ। ਸਵਿਟਜ਼ਰਲੈਂਡ ਇੱਕ ਛੋਟਾ ਜਿਹਾ ਮੁਲਕ ਆ, ਉੱਥੇ 200 ਬੰਦੇ ਵੀ ਜੇ ਖੜੇ ਹੋ ਕੇ ਕਹਿ ਦਿੰਦੇ ਆ ਸਾਨੂੰ ਅਸੀਂ ਵੱਖਰੇ ਆ, ਸਾਨੂੰ ਵੱਖਰੀ ਪਛਾਣ ਦਿਓ, ਅਗਲੇ ਕਹਿੰਦੇ ਆ ਲੈ ਲਓ। ਉੱਥੋਂ ਦੀ ਸਰਕਾਰ ਦਾ ਮੋਟੋ ਹੀ ਆ ਸਮਾਲ ਇਜ਼ ਬਿਊਟੀਫੁਲ। ਕੈਨੇਡਾ ਅਸੀਂ ਸ਼ੂਟਿੰਗ ਲਈ ਵੀ ਜਾਂਦੇ ਆ, ਵੀ ਜਾਂਦੇ ਆ। ਕੈਨੇਡਾ 'ਚ ਹਰ ਸੂਬੇ ਦਾ ਝੰਡਾ ਵੀ ਵੱਖਰਾ, ਇਹਦੇ ਨਾਲ ਕੈਨੇਡਾ ਵੱਖ ਹੋ ਗਿਆ। ਅਮਰੀਕਾ 'ਚ ਹਰ ਸਟੇਟ ਦੇ ਕਾਨੂੰਨ ਵੱਖਰੇ ਵੱਖਰੇ ਆ, ਅਮਰੀਕਾ ਵੱਖ ਹੋ ਗਿਆ। ਅੱਜ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਿਹਾ ਜਾਂਦਾ ਨਾ, ਅੱਜ ਵੀ ਕੈਨੇਡਾ ਨੂੰ ਕੈਨੇਡਾ ਕਿਹਾ ਜਾਂਦਾ ਨਾ। ਤੇ ਉਹ ਮੁਲਕ 'ਚ ਕੋਈ ਵੱਖਵਾਦ ਦੀ ਗੱਲ ਹਰ ਬੰਦਾ ਅਸੀਂ ਦੇਖ ਸਕਦੇ ਹਾਂ। ਕੈਨੇਡਾ 'ਚ ਜਾਂ ਅਮਰੀਕਾ 'ਚ ਕਿੱਡਾ ਵੱਡੇ ਉਹ ਦੇਸ਼ ਭਗਤ ਆ, ਪੈਟਰੀਅਟ ਆ ਉਹ। ਔਰ ਦੇਸ਼ ਭਗਤ, ਉਹ ਦੇਸ਼ ਦੀ ਉਹਨਾਂ ਦੀ ਪਰਿਭਾਸ਼ਾ ਕੀ ਆ ਤੇ ਸਾਡੇ ਵਾਲਿਆਂ ਦੀ ਪਰਿਭਾਸ਼ਾ ਕੀ ਆ। ਕੱਲ ਮੋਦੀ ਸਾਹਿਬ ਦਾ ਬਿਆਨ ਆਇਆ ਵੀ ਅਸੀਂ ਜਿਹੜੇ ਕਾਨੂੰਨ ਬਣਾਏ ਆ 370 ਆ, ਚਾਹੇ ਅਸੀਂ ਟ੍ਰਿਪਲ ਤਲਾਕ ਦਾ ਫੈਸਲਾ ਲਿਆ, ਚਾਹੇ ਕੋਈ ਹੋਰ ਜਿਹੜਾ ਅਸੀਂ ਫੈਸਲਾ ਲਿਆ, ਉਹ ਤੋਂ ਪਿੱਛੋਂ ਨਹੀਂ ਹਟਾਂਗੇ। ਦੇਸ਼ ਦੇ ਹਿੱਤ 'ਚ ਦੇਸ਼ ਭਗਤੀ ਆ। ਪਤੰਦਰਾਂ ਨੂੰ ਇਹੀ ਨਹੀਂ ਪਤਾ, ਇਹ ਇੱਕ ਭੂਗੋਲਿਕ ਖਿੱਤੇ ਨੂੰ ਹੀ ਦੇਸ਼ ਮਣੀ ਜਾਂਦੇ ਆ। ਇਹਨਾਂ ਦੇ ਆਏ ਆ ਵੀ ਉੱਧਰੋਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ ਵਿੱਚ ਇੱਕ ਧਰਤੀ ਆ, ਉਹ ਸਾਡਾ ਦੇਸ਼ ਆ। ਜੇ ਉਹ ਦੇਸ਼ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਮਾਤਾ ਧਰਤ ਮਹੱਤ। ਫਿਰ ਤਾਂ ਮਾਤਾ ਜੇ ਸਾਡੀ ਸਿਰਫ ਹਿੰਦੁਸਤਾਨ ਹੀ ਆ, ਤੇ ਇਹਦਾ ਮਤਲਬ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਾਲੀ ਧਰਤੀ ਤਾਂ ਸਾਡੀ ਮਾਤਾ ਹੀ ਨਹੀਂ ਰਹੇਗੀ। ਸੋ ਦੇਸ਼ ਇੱਕ ਭੂਗੋਲਿਕ ਖਿੱਤਾ ਨਹੀਂ ਹੁੰਦਾ, ਦੇਸ਼ ਲੋਕ ਹੁੰਦੇ ਆ। ਲੋਕ ਹੀ ਉਸ ਧਰਤੀ ਨੂੰ ਮਾਤਾ ਦਾ ਦਰਜਾ ਦਿੰਦੇ ਆ। ਜੇ ਲੋਕ ਪਵਿੱਤਰ ਆ ਤਾਂ ਧਰਤੀ ਮਾਤਾ ਹੋਊਗੀ, ਜੇ ਲੋਕ ਪਵਿੱਤਰ ਨਹੀਂ ਆ ਤਾਂ ਉਹ ਓਨੀ ਹੀ ਅਪਵਿੱਤਰ ਧਰਤੀ ਹੋਊਗੀ। ਇਹ ਗੱਲ ਸਾਡੇ ਹੁਕਮਰਾਨਾਂ ਨੂੰ ਸਮਝਣੀ ਚਾਹੀਦੀ ਆ। ਜੇ ਤੁਸੀਂ ਦੇਸ਼ ਹਿੱਤ ਦੀ ਗੱਲ ਕਰਦੇ ਹੋ ਤਾਂ ਜਿਹੜੇ ਲੋਕ ਸੜਕਾਂ ਤੇ ਆ, ਕਿਸਾਨ, ਸਾਡੀਆਂ ਬੀਬੀਆਂ ਭੈਣਾਂ ਸੜਕਾਂ ਤੇ ਬੈਠੀਆਂ, ਤੁਸੀਂ ਉਹਨਾਂ ਨੂੰ ਹੀ ਨਹੀਂ ਗਿਣ ਰਹੇ, ਫਿਰ ਕਿਹੜੀ ਦੇਸ਼ ਭਗਤੀ ਦੀ ਗੱਲ ਕਰੀ ਜਾਂਦੇ ਹੋ ਤੁਸੀਂ ਸਾਡੇ ਨਾਲ। ਸੋ ਗੱਲਾਂ ਬੜੀਆਂ ਸੀਰੀਅਸ ਆ, ਚਿੰਤਨ ਕਰਨ ਦੀ ਜ਼ਰੂਰਤ ਆ। ਪੰਜਾਬ ਤੇ ਆਪਾਂ ਜੇ ਵਾਪਸ ਆਈਏ, ਪੰਜਾਬ ਆਪਦੇ ਹੋਂਦ ਦੀ ਲੜਾਈ ਲੜ ਰਿਹਾ, ਪੰਜਾਬ ਖੁਦ ਮੁਖਤਿਆਰੀ ਦੀ ਲੜਾਈ ਲੜ ਰਿਹਾ। ਖੁਦ ਮੁਖਤਿਆਰੀ ਅਸੀਂ ਇਹ ਨਹੀਂ ਕਹੀਏ ਇਕੱਲੇ ਸਾਨੂੰ ਦਿਓ, ਖੁਦ ਮੁਖਤਿਆਰੀ ਤੁਸੀਂ ਹਰਿਆਣੇ ਨੂੰ ਵੀ ਦਿਓ, ਕਰਨਾਟਕ ਨੂੰ ਵੀ ਦਿਓ, ਮਹਾਰਾਸ਼ਟਰ ਨੂੰ ਦਿਓ, ਬੰਗਾਲ ਮੰਗੀ ਜਾਂਦਾ ਉਹਨਾਂ ਨੂੰ ਦਿਓ, ਤਾਮਿਲਨਾਡੂ ਮੰਗੀ ਜਾਂਦਾ ਉਹਨਾਂ ਨੂੰ ਦਿਓ। ਹਰ ਬੰਦੇ ਨੂੰ ਖੁਦ ਮੁਖਤਿਆਰੀ ਦਿਓ। ਜੇ ਐਡੀ ਜ਼ਿਆਦਾ ਪਾਵਰ ਸੈਂਟਰਲਾਈਜ਼ ਕਰ ਲਓਗੇ ਸਮੇਂ ਸਮੇਂ 'ਤੇ ਸੰਵਿਧਾਨ 'ਚ ਤਰਮੀਮਾਂ ਕਰ ਕਰਕੇ, ਤੇ ਤੁਸੀਂ ਸੰਵਿਧਾਨ 'ਚ ਸਾਰੀ ਪਾਵਰ ਸੈਂਟਰਲਾਈਜ਼ ਕਰ ਲਓਗੇ, ਤੇ ਉਹ ਸੈਂਟਰਲਾਈਜ਼ ਤੋਂ ਬਾਅਦ ਪਰਸਨਲਾਈਜ਼ ਕਰ ਲੈਂਦੇ ਆ। ਅੱਜ ਸਿਰਫ ਮੋਦੀ ਤੇ ਅਮਿਤ ਸ਼ਾਹ ਦੋ ਬੰਦੇ ਹੀ ਆ ਜਿੱਥੇ ਪਾਵਰ ਹਜੇ ਸਾਨੂੰ ਪਤਾ ਸੈਂਟਰ ਆ, ਬਾਕੀ ਤਾਂ ਮੋਹਰਾਂ ਲਾਉਂਦੇ ਆ। ਬਾਕੀ ਕਿਸੇ ਖੇਤੀਬਾੜੀ ਮਿਨਿਸਟਰ ਦਾ, ਕਿਸੇ ਏਵੀਏਸ਼ਨ ਮਿਨਿਸਟਰ ਦਾ, ਕਿਸੇ IMP ਮਿਨਿਸਟਰ ਦਾ ਕੋਈ ਰੋਲ ਆ? ਕੋਈ ਰੋਲ ਨਹੀਂ। ਸੋ
ਲੜਾਈ ਜਿਹੜੀ ਅਸੀਂ ਲੜ ਰਹੇ ਹਾਂ ਐਕਚੁਅਲੀ 'ਚ ਜੇ ਦੇਖਿਆ ਜਾਵੇ ਤਾਂ ਸਰਕਾਰ ਨੂੰ ਬਚਾਉਣ ਦੀ, ਇਸ ਢਾਂਚੇ ਨੂੰ ਬਚਾਉਣ ਦੀ, ਇਸ ਫੈਡਰਲ ਢਾਂਚੇ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ, ਇਸ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ, ਇਹਨਾਂ ਦੇ ਹਿੱਤ ਦੀ ਲੜਾਈ ਲੜ ਰਹੇ ਹਾਂ। ਇਹਨਾਂ ਦੇ ਗੱਲਾਂ ਹੀ ਨਹੀਂ ਸਮਝ ਆ ਰਹੀਆਂ। ਅਸੀਂ ਇਹ ਕਹਿ ਰਹੇ ਹਾਂ ਪਾਵਰ ਨੂੰ ਡਿਸਟ੍ਰੀਬਿਊਟ ਕਰੋ, ਸੂਬਿਆਂ ਦੀ ਪਾਵਰ ਸੂਬਿਆਂ 'ਚ ਡਿਸਟ੍ਰੀਬਿਊਟ ਕਰੋ, ਲੋਕਾਂ ਦੀ ਪਾਵਰ ਲੋਕਾਂ 'ਚ ਡਿਸਟ੍ਰੀਬਿਊਟ ਕਰੋ। ਜੇ ਸਾਡੇ ਕੋਲੇ ਇੰਨੇ ਕੁ ਫੈਸਲੇ ਤਾਂ ਹੁਣ ਅਸੀਂ ਆਪਦੀ ਫਸਲਾਂ ਦੇ ਮੁੱਲ ਆਪ ਤੈਅ ਕਰ ਸਕੀਏ। ਅਸੀਂ ਫਸਲ ਬੀਜਣੀ ਆ ਤੇ ਵੇਚਣੀ ਆ। ਹੁਣ ਖਰੀਦਣ ਵਾਲੀ ਧਿਰ ਵੀ ਕਦੇ ਫਸਲਾਂ ਦੇ ਮੁੱਲ ਤੈਅ ਕਰਦੀ ਹੁੰਦੀ ਆ, ਖਰੀਦਣ ਵਾਲਾ ਬੰਦਾ ਵੀ ਕਦੇ ਤੁਹਾਡੀ ਜਿਹੜੀ ਚੀਜ਼ ਤੁਸੀਂ ਵੇਚਣੀ ਆ ਉਹਦਾ ਮੁੱਲ ਤੈਅ ਕਰਦਾ ਹੁੰਦਾ। ਫਿਰ ਅਸੀਂ ਕਦੋਂ ਇਹ ਗੱਲ ਅਸੀਂ ਜੇ ਸਮਝ ਲਈਏ ਵੀ ਅਸੀਂ ਇੱਕ ਮਾਡਲ ਕਿਸਾਨਾਂ ਵਾਸਤੇ ਜਾਂ ਮਜ਼ਦੂਰਾਂ ਵਾਸਤੇ ਤਿਆਰ ਕਰ ਲਾਂਗੇ ਜਿਹੜਾ ਸਾਡੇ ਲਈ ਲਾਹੇਵੰਦ ਹੋਊਗਾ, ਅਸੀਂ ਬਹੁਤ ਦੂਰ ਆ। ਅਸੀਂ ਅੱਜ ਤੋਂ ਪਹਿਲਾਂ ਖੁਦਕੁਸ਼ੀਆਂ ਤੇ ਕਰਜ਼ਿਆਂ ਦੇ ਮਾਡਲ ਤੋਂ ਇੱਕ ਚੰਗੇ ਮਾਡਲ ਲਈ ਲੜਦੇ ਹੁੰਦੇ ਸੀ। ਹੁਣ ਸਾਡੀ ਲੜਾਈ ਕੀ ਆ ਗਈ ਅੱਜ ਦੀ ਡੇਟ 'ਚ ਵੀ ਆਹ ਕਾਨੂੰਨ ਵਾਪਸ ਲੈ ਲਓ। ਦੇਖੋ ਲੜਾਈ ਕਿਵੇਂ ਬਦਲਦੇ ਆ। ਇਹਦਾ ਵਜ੍ਹਾ ਇਹੀ ਆ, ਇਹ ਸਮਝਣ ਦੀ ਜ਼ਰੂਰਤ ਆ। ਵਜ੍ਹਾ ਬਹੁਤ ਵੱਡੀ ਇਹ ਆ ਵੀ ਅਸੀਂ ਮਸਲਿਆਂ ਨੂੰ ਲੈ ਕੇ ਮਸਲਿਆਂ ਨੂੰ ਮੁਖਾਤਮ ਹੁੰਦੇ ਰਹਿੰਦੇ ਆ। ਮਸਲੇ ਕਿਸੇ ਇੱਕ ਹਾਲਾਤ ਨੇ ਦਿੱਤੇ ਹੁੰਦੇ ਆ, ਉਹ ਹਾਲਾਤ 'ਚੋਂ ਤਾਂ ਪੈਦਾ ਹੁੰਦੇ ਨਹੀਂ, ਕਿਸੇ ਹਾਲਾਤ ਦੀ ਦੇਣ ਆ, ਇੱਕ ਖਾਸ ਤਰ੍ਹਾਂ ਦੇ ਹਾਲਾਤ ਦੀ ਦੇਣ ਉਹ ਮਸਲੇ। ਉਹਨਾਂ ਹਾਲਾਤਾਂ ਨੂੰ ਅਸੀਂ ਕਦੇ ਮੁਖਾਤਮ ਹੀ ਨਹੀਂ ਹੁੰਦੇ। ਜਦੋਂ ਤੱਕ ਅਸੀਂ ਬਿਮਾਰੀ ਦੀ ਜੜ 'ਚ ਜਾ ਕੇ ਜੜ ਨੂੰ ਨਹੀਂ ਪੱਟਾਂਗੇ ਉਦੋਂ ਤੱਕ ਇਹਨਾਂ ਮਸਲਿਆਂ ਨੇ ਨਹੀਂ ਸੁਧਰਨਾ। ਹੋਰ ਵੀ ਕਾਨੂੰਨ ਆਉਂਦੇ ਰਹਿਣਗੇ, ਇਕੱਲੇ ਕਿਸਾਨੀ 'ਤੇ ਨਹੀਂ, ਸਾਡੇ 'ਤੇ ਹੋਰ ਵੀ ਵਪਾਰ 'ਤੇ ਵੀ ਆਉਣਗੇ, ਸਾਡੇ ਸਿੱਖਿਆ 'ਤੇ ਵੀ ਆਉਣਗੇ। ਆਈ ਜਾਂਦੇ ਆ, ਸਾਡੇ ਟੂਰਿਜ਼ਮ 'ਤੇ ਆਉਣਗੇ, ਹੈਲਥ 'ਤੇ ਆਉਣਗੇ। ਪੰਜਾਬ ਨੂੰ ਤਾਂ ਛੱਡਣਾ ਹੀ ਨਹੀਂ ਨਾ। ਪੰਜਾਬ ਤਾਂ ਜਿਹੜੀ ਪੰਜਾਬ ਕਹਿੰਦਾ ਅਸੀਂ ਵਿਲੱਖਣ ਆ, ਸਾਡੀ ਇੱਕ ਆਪਦੀ ਆਈਡੈਂਟਿਟੀ ਆ, ਸਾਡਾ ਆਪਦਾ ਇਤਿਹਾਸ ਆ, ਮਾਂ ਬੋਲੀ ਆ, ਸਾਡਾ ਫਲਸਫਾ ਗੁਰੂ ਨਾਨਕ ਸਾਹਿਬ ਦਾ ਫਲਸਫਾ, ਉਹ ਤਾਂ ਜਰਦਾ ਹੀ ਨਹੀਂ ਨਾ। ਇਹ ਕੱਲੀ ਬੀਜੇਪੀ ਸਰਕਾਰ ਨਹੀਂ, ਇਹ ਤਾਂ ਇੱਕ ਪੋਲੀਟੀਕਲ ਫਰੰਟ ਆ। ਕਦੇ ਕਾਂਗਰਸ ਨੇ ਵੀ ਨਹੀਂ ਜਰਿਆ। ਦਿੱਲੀ ਸਾਡੀ ਕਦੇ ਮਿੱਤ ਹੋ ਹੀ ਨਹੀਂ ਸਕਦੀ। ਦਿੱਲੀ ਦੇ ਹਿੱਤ ਤੇ ਸਾਡੇ ਹਿੱਤ ਕਦੇ, ਜਿਹੜੀ ਉਹਨਾਂ ਨੇ ਭਾਰਤੀ ਕੌਮ ਸਿਰਜਣ ਦੀ ਜਿੱਦ ਫੜੀ ਹੋਈ ਆ, ਜੇ ਅਸੀਂ ਉਸ ਗੱਲ ਨੂੰ ਸਮਝਦੇ ਹਾਂ ਤਾਂ ਸਾਡੇ ਹਿੱਤ ਤੇ ਦਿੱਲੀ ਦੇ ਹਿੱਤ ਕਦੇ ਵੀ ਇੱਕ ਨਹੀਂ ਹੋ ਸਕਦੇ। ਟਕਰਾਅ ਰਹੂਗਾ ਹੀ ਰਹੂਗਾ। ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਸੀ। ਗੱਲਾਂ ਬਹੁਤ ਲੰਬੀਆਂ ਆਪਾਂ ਕਰ ਸਕਦੇ ਹਾਂ, ਪਰ ਕਈ ਵਾਰੀ ਸਮੇਂ ਨੂੰ ਵੀ ਦੇਖਣਾ ਪੈਂਦਾ। ਤੁਸੀਂ ਸਾਰੇ ਆਏ, ਬਹੁਤ ਆਦਰ ਮਾਣ ਸਤਿਕਾਰ ਤੁਹਾਡਾ ਸਾਰਿਆਂ ਦਾ ਆਇਆਂ ਦਾ। ਜੀ ਆਇਆਂ ਨੂੰ ਜੀ, ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸੰਗਤ ਨੂੰ ਵੀ ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।